ਸਭ ਤੋਂ ਪਹਿਲਾਂ ਡਾਕਟਰ ਸੜਕਾਂ ਦੇ ਉੱਪਰ ਰਹੇ ਆ, ਫਿਰ ਸਟੇਟ ਗਵਰਨਮੈਂਟ ਦੇ EMPLOYE ਸੜਕਾਂ ਦੇ ਉੱਪਰ ਰਹੇ ਆ, ਕਿਸਾਨ ਇਹਨਾਂ ਦੇ ਸੜਕਾਂ ਤੇ ਫਿਰਦੇ ਆ, ਮੁਲਾਜ਼ਮ ਇਹਨਾਂ ਦਾ ਵਰਗ ਸਾਰਾ ਸੜਕਾਂ ਤੇ ਫਿਰਦਾ ਹੈਗਾ। ਔਰ ਇਸ ਵੇਲੇ ਅਧਿਆਪਕ ਵਰਗ ਜਿਹੜਾ TTT ਵਾਲੇ ਅਧਿਆਪਕ ਸੀਗੇ ਉਹ ਟੈਂਕੀਆਂ ਤੇ ਚੜੇ ਫਿਰਦੇ ਆ, ਨਹਿਰਾਂ ਦੇ ਵਿੱਚ ਛਾਲਾਂ ਮਾਰਦੇ ਪਏ ਆ। ਆਪਣੇ ਭੱਤੇ ਵਧਾਉਣੇ ਹੁੰਦੇ ਆ, ਨਵੀਆਂ ਕਾਰਾਂ ਲੈਣਾ ਹੁੰਦੀਆਂ, ਸਿਕਿਉਰਿਟੀ ਲੈਣੀ ਹੁੰਦੀ ਆ, ਉਦੋਂ ਇਹਨਾਂ ਦੇ ਖਜ਼ਾਨੇ ਦੇ ਕਿਸੇ ਤਰ੍ਹਾਂ ਦਾ ਕੋਈ ਬੋਝ ਨਹੀਂ। ਉਦੋਂ ਇਹਨਾਂ ਦਾ ਖਜ਼ਾਨਾ ਭਰਿਆ। ਜਦੋਂ ਕਿਸੇ ਮੁਲਾਜ਼ਮ ਨੂੰ ਕੁਝ ਦੇਣਾ ਜਾਂ ਕਿਸੇ ਵਪਾਰੀ ਵਰਗ ਨੂੰ ਦੇਣਾ ਜਾਂ ਕਿਸਾਨਾਂ ਨੂੰ ਦੇਣਾ, ਉਦੋਂ ਇਹਨਾਂ ਦਾ ਖਜ਼ਾਨਾ ਖਾਲੀ ਹੁੰਦਾ। ਮਨਪ੍ਰੀਤ ਬਾਦਲ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ, ਮੁੱਖ ਮੰਤਰੀ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ। ਮੁੱਖ ਮੰਤਰੀ ਨੂੰ ਆਪਣੀਆਂ ਅਯਾਸ਼ੋ ਆਰਾਮ ਤੋਂ ਬਿਨਾਂ ਹੋਰ ਕੋਈ ਗੱਲ ਨਜ਼ਰ ਨਹੀਂ ਆਉਂਦੀ। ਉਹਨੂੰ ਜਿਹੜਾ ਪੰਜਾਬ ਦਾ ਭਵਿੱਖ ਅੰਧਕਾਰ 'ਚ ਡੁੱਬਿਆ ਜਾ ਰਿਹਾ, ਇਹਦੇ ਬਾਰੇ ਮੁੱਖ ਮੰਤਰੀ ਕੋਈ ਖਿਆਲ ਨਹੀਂ ਕਰ ਰਿਹਾ। ਦੇਖੋ 75-25 ਦੀ ਰੇਸ਼ੋ ਕਰਨ ਦੇ ਨਾਲ ਤੁਹਾਨੂੰ ਪਤਾ ਵੀ ਕਾਲਜਾਂ ਨੇ ਫਿਰ ਬੋਝ ਕਿਤੇ ਪਾਉਣਾ, ਬੋਝ ਤੇ ਪਿਆ ਗਿਆ ਵਿਦਿਆਰਥੀਆਂ ਤੇ। ਵਿਦਿਆਰਥੀਆਂ ਨੇ ਫੀਸਾਂ ਦੇਣੀਆਂ ਨੇ, ਫਿਰ ਫੀਸਾਂ ਵਧਾਉਣੀਆਂ ਪੈਣਗੀਆਂ। ਜਿੱਦਾਂ ਯੂਨੀਵਰਸਿਟੀ ਫੀਸ ਵਧਾ ਰਹੀ ਹੈ, ਕਾਲਜਾਂ 'ਚ ਫੀਸਾਂ ਵਧਣਗੀਆਂ, ਤੇ ਬੋਝ ਜਿਹੜਾ ਕਿੰਨਾ ਪਏਗਾ ਸਾਡੇ ਵਿਦਿਆਰਥੀਆਂ ਤੇ। कल यानी कि 3 सितंबर को पूरे पंजाब में तमाम कॉलेज, 4 यूनिवर्सिटियां, ये इसके सब जो जितने भी यहाँ पर टीचर हैं मास कैजुअल लीव पर रहेंगे। और मास कैजुअल लीव पर रहकर ये तमाम टीचर चंडीगढ़ को कूच करेंगे, वहाँ पर रैली करने के लिए जा रहे हैं। ये देख सकते हैं ये तमाम ये टीचर हैं, ये भी कल हड़ताल पर रहेंगे। यूनियन के नेता हैं, इनका कहना है कि सरकार आपस में उलझी हुई है, लेकिन जो शिक्षकों के जो हित हैं उन्हें अनदेखा किया जा रहा है। हमारे साथ हैं यूनियन के नेता हैं, इनके साथ बात करते हैं कि आखिरकार क्यों ज़रूरत पड़ी। पहले डॉक्टर सड़कों पर थे, ETT टीचर सड़कों पर हैं, कोई टंकी पर चढ़ रहा है और किसान धरने पर बैठे हुए हैं। आखिरकार हमारे प्रदेश को हो क्या गया। ਤੁਹਾਡਾ ਨਾਮ ਕੀ ਹੈ ਜੀ ਤੇ ਤੁਹਾਡੀ ਕੱਲ ਦੀ ਕੀ ਤੁਸੀਂ ਪੂਰਾ ਪ੍ਰੋਗਰਾਮ ਲਿਖਿਆ ਜੀ? ਮੈਂ ਡਾਕਟਰ ਗੁਰਦਾਸ ਸਿੰਘ ਸੇਖੋਂ, ਯੂਨਿਟ ਪ੍ਰੈਜ਼ੀਡੈਂਟ DAV ਕਾਲਜ ਅੰਮ੍ਰਿਤਸਰ, ਡਿਸਟ੍ਰਿਕਟ ਪ੍ਰੈਜ਼ੀਡੈਂਟ ਡਿਸਟ੍ਰਿਕਟ ਕੌਂਸਲ ਅੰਮ੍ਰਿਤਸਰ। ਸਾਡਾ ਇਸ ਤਰ੍ਹਾਂ ਜੀ 7th ਪੇ ਕਮਿਸ਼ਨ ਹੈ ਜੋ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੁਆਰਾ ਘੋਸ਼ਿਤ ਕੀਤਾ ਗਿਆ ਔਰ ਤਕਰੀਬਨ ਹਿੰਦੁਸਤਾਨ ਦੇ ਹਰ ਸਟੇਟ ਦੇ ਵਿੱਚ ਇੰਪਲੀਮੈਂਟ ਹੋ ਚੁੱਕਾ ਹੈ। ਕੇਵਲ ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਨੂੰ ਛੱਡ ਕੇ ਪੰਜਾਬ ਨੂੰ ਫੋਲੋ ਕਰਦਾ ਹਿਮਾਚਲ, ਤੇ ਚੰਡੀਗੜ੍ਹ ਆ ਜਿਹੜਾ ਉਹ ਪੰਜਾਬ ਦੇ ਨਾਲ ਅਟੈਚ ਹੈ। ਇਸ ਕਰਕੇ ਤੁਸੀਂ ਸਮਝ ਲਓ ਕਿ ਪੰਜਾਬ ਇਕੱਲਾ ਰਹਿ ਗਿਆ ਸਾਰੇ ਹਿੰਦੁਸਤਾਨ 'ਚੋਂ। ਸੇਖੋਂ ਸਾਹਿਬ, ਤੁਹਾਨੂੰ ਕੀ ਲੱਗਦਾ ਵੀ ਕਿਹੜੀ ਗੱਲੋਂ ਲੇਟ ਹੋ ਰਿਹਾ ਜਿਹੜਾ ਤੁਹਾਡਾ ਪੇ ਕਮਿਸ਼ਨ ਦੀ ਜਿਹੜੀ ਲਾਗੂ ਹੋਣਾ ਪਹਿਲੇ 2016 'ਚ ਲੱਗਣਾ ਸੀ, ਆਲਮੋਸਟ 21 ਆ ਗਿਆ ਜੀ? ਗੱਲ ਇਹ ਹੈ ਜੀ ਕਿ ਇਹਦੇ 'ਚ ਵੱਡੀ ਜਿਹੜੀ ਨਾਕਾਮੀ ਆ ਉਸ ਵੇਲੇ ਦੀ ਸਟੇਟ ਗਵਰਨਮੈਂਟ ਦੀ ਹੁੰਦੀ ਆ। ਇਹ ਸਟੇਟ ਗਵਰਨਮੈਂਟ ਨੇ ਆਪਣੇ EMPLOYE ਨੂੰ ਕਮਿਸ਼ਨ ਦੇਣਾ ਹੁੰਦਾ ਹੈ, ਪਰੰਤੂ ਸਾਡਾ ਜਿਹੜਾ 7th ਪੇ ਕਮਿਸ਼ਨ ਹੈਗਾ ਇਹ ਯੂਨੀਵਰਸਿਟੀ ਦੁਆਰਾ ਪ੍ਰਪੋਜ਼ ਕੀਤਾ ਜਾਂਦਾ ਜਿਹੜਾ ਕਿ ਆਲ ਓਵਰ ਇੰਡੀਆ ਦੇ ਵਿੱਚ ਇੰਪਲੀਮੈਂਟ ਹੁੰਦਾ ਹੈ, ਲੇਕਿਨ ਉਹਨੂੰ ਅੱਗੇ ਇੰਡੋਰਸ ਆ ਜਿਹੜਾ ਉਹ ਸਟੇਟ ਗਵਰਨਮੈਂਟ ਨੇ ਕਰਨਾ ਹੁੰਦਾ। ਸਟੇਟ ਗਵਰਨਮੈਂਟ ਦੀ ਮਰਜ਼ੀ ਆ। ਮਰਜ਼ੀ ਕੀ ਆ? ਸਟੇਟ ਗਵਰਨਮੈਂਟ ਦਾ ਹਾਲਾਤ ਇਹੋ ਜਿਹੇ ਬਣ ਚੁੱਕੇ ਆ, ਪਿਛਲੇ ਲੰਬੇ ਸਮੇਂ ਤੋਂ ਖਾਲੀ ਖਜ਼ਾਨੇ ਤੇ ਸਾਡਾ ਮੁੱਖ ਮੰਤਰੀ ਤੇ ਵਿੱਤ ਮੰਤਰੀ ਬੈਠਾ। ਜਦੋਂ ਕੋਈ EMPLOYE ਗੱਲ ਕਰਦਾ ਉਦੋਂ ਹੀ ਗੱਲ ਇਹ ਹੁੰਦੀ ਹੈ ਕਿ ਸਾਡਾ ਖਜ਼ਾਨਾ ਖਾਲੀ ਆ। ਸਾਨੂੰ ਨਹੀਂ ਸਮਝ ਆਈ ਕਿ ਖਜ਼ਾਨਾ ਸਾਡੇ ਸਟੇਟ ਦਾ ਕਦੋਂ ਭਰਨਾ ਕਿ ਭਰਨਾ ਵੀ ਨਹੀਂ ਹੈ। ਇੱਕ ਖਾਲੀ ਖਜ਼ਾਨੇ ਦਾ ਵਿੱਤ ਮੰਤਰੀ ਲਾਉਣ ਦਾ ਫਾਇਦਾ ਕੀ ਹੋਇਆ ਇਸ ਸਟੇਟ ਨੂੰ? ਖਾਲੀ ਖਜ਼ਾਨੇ ਦੀ ਗੱਲ ਕਰਦੇ, ਜਦੋਂ ਆਪਣੀ ਲੋੜ ਹੁੰਦੀ ਆਪਣੇ ਨਾਂ ਇਹਨਾਂ ਨੇ ਦੇਖੋ 6-6 ਪੈਨਸ਼ਨਾਂ ਲੈਂਦੇ ਆ, ਉਹ ਤੇ ਘਟਾਈਆਂ ਨਹੀਂ, ਦੂਜੇ ਭੱਤੇ ਲੈਂਦੇ ਉਹ ਤੇ ਘਟਾਈਆਂ ਨਹੀਂ, ਜਦੋਂ ਮੁਲਾਜ਼ਮਾਂ ਨੂੰ ਦੇਣ ਦੀ ਵਾਰੀ ਆਦੀ ਉਦੋਂ ਕਹਿੰਦੇ ਖਜ਼ਾਨਾ ਖਾਲੀ ਹੈ। ਬਿਲਕੁਲ ਗੱਲ ਤੁਹਾਡੀ ਸਹੀ ਆ। ਇਸ ਵੇਲੇ ਜੋ ਹਾਲਾਤ ਬਣੇ ਆ, ਸਭ ਤੋਂ ਪਹਿਲਾਂ ਡਾਕਟਰ ਸੜਕਾਂ ਦੇ ਉੱਪਰ ਰਹੇ ਆ, ਫਿਰ ਸਟੇਟ ਗਵਰਨਮੈਂਟ ਦੇ EMPLOYE ਸੜਕਾਂ ਦੇ ਉੱਪਰ ਰਹੇ ਆ, ਕਿਸਾਨ ਇਹਨਾਂ ਦੇ ਸੜਕਾਂ ਤੇ ਫਿਰਦੇ ਆ, ਮੁਲਾਜ਼ਮ ਇਹਨਾਂ ਦਾ ਵਰਗ ਸਾਰਾ ਸੜਕਾਂ ਤੇ ਫਿਰਦਾ ਹੈਗਾ। ਔਰ ਇਸ ਵੇਲੇ ਅਧਿਆਪਕ ਵਰਗ ਜਿਹੜਾ ETT ਵਾਲੇ ਅਧਿਆਪਕ ਸੀਗੇ ਉਹ ਟੈਂਕੀਆਂ ਤੇ ਚੜੇ ਫਿਰਦੇ ਆ, ਨਹਿਰਾਂ ਦੇ ਵਿੱਚ ਛਾਲਾਂ ਮਾਰਦੇ ਪਏ ਆ। ਔਰ ਇਸ ਵੇਲੇ ਹਾਇਰ ਐਜੂਕੇਸ਼ਨ ਦੇ ਵਿੱਚ ਇਨਵੋਲਵ ਜਿੰਨੇ ਵੀ ਅਧਿਆਪਕ ਹੈਗੇ ਆ, ਸਾਡੇ ਨੌਨ ਗਵਰਨਮੈਂਟ ਏਡਡ ਜਿਹੜੇ 136 ਕਾਲਜ ਨੇ, 47 ਗਵਰਨਮੈਂਟ ਕਾਲਜ ਹੈਗੇ ਆ ਔਰ 4 ਮੇਜਰ ਯੂਨੀਵਰਸਿਟੀਆਂ ਨੇ। ਅਸੀਂ ਬੜੇ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਨੂੰ ਇਹ ਗੱਲ ਕਹਿ ਰਹੇ ਹਾਂ ਕਿ 7th ਪੇ ਕਮਿਸ਼ਨ ਸਾਰੇ ਹਿੰਦੁਸਤਾਨ ਦੇ ਵਿੱਚ ਲਾਗੂ ਹੋ ਗਿਆ, ਕੇਵਲ ਸਟੇਟ ਗਵਰਨਮੈਂਟ ਹੈ ਉਹ ਪੰਜਾਬ ਦੀ ਰਹਿ ਗਈ ਹੈ। ਇਸ ਤੋਂ ਸਾਨੂੰ ਇਹ ਬਿਲਕੁਲ ਕਲੀਅਰ ਕੱਟ ਹੈ ਕਿ ਜਦੋਂ ਇਹਨਾਂ ਨੇ ਕੋਈ ਆਪਣਾ ਕੰਮ ਕਰਨਾ ਹੁੰਦਾ, ਆਪਣੀਆਂ ਤਨਖਾਹਾਂ ਵਧਾਉਣੀਆਂ ਹੁੰਦੀਆਂ, ਆਪਣੇ ਭੱਤੇ ਵਧਾਉਣੇ ਹੁੰਦੇ ਆ, ਨਵੀਆਂ ਕਾਰਾਂ ਲੈਣਾ ਹੁੰਦੀਆਂ, ਸਿਕਿਉਰਿਟੀ ਲੈਣੀ ਹੁੰਦੀ ਆ, ਉਦੋਂ ਇਹਨਾਂ ਦੇ ਖਜ਼ਾਨੇ ਦੇ ਕਿਸੇ ਤਰ੍ਹਾਂ ਦਾ ਕੋਈ ਬੋਝ ਨਹੀਂ। ਉਦੋਂ ਇਹਨਾਂ ਦਾ ਖਜ਼ਾਨਾ ਭਰਿਆ। ਜਦੋਂ ਕਿਸੇ ਮੁਲਾਜ਼ਮ ਨੂੰ ਕੁਝ ਦੇਣਾ ਜਾਂ ਕਿਸੇ ਵਪਾਰੀ ਵਰਗ ਨੂੰ ਦੇਣਾ ਜਾਂ ਕਿਸਾਨਾਂ ਨੂੰ ਦੇਣਾ, ਉਦੋਂ ਇਹਨਾਂ ਦਾ ਖਜ਼ਾਨਾ ਖਾਲੀ ਹੁੰਦਾ। ਇਹ ਖਜ਼ਾਨਾ ਕੋਈ ਖਾਲੀ ਨਹੀਂ। ਇਹ ਸਾਰੀ ਰਾਜਨੀਤੀ ਆ, ਕਿਉਂਕਿ ਪਿਛਲੇ ਅਸੀਂ 4.5 ਸਾਲ ਤੋਂ ਵੇਖਦੇ ਆ ਰਹੇ ਹਾਂ ਹਰ ਵਰਗ ਸੜਕਾਂ ਤੇ ਫਿਰਦਾ, ਕਿਸੇ ਨੂੰ ਇਹਨਾਂ ਨੇ ਕੁਝ ਨਹੀਂ ਦਿੱਤਾ। ਔਰ ਆਖਰ ਦੇ ਵਿੱਚ ਜੇਕਰ ਉਮੀਦ ਸੀ ਇਸ ਵੇਲੇ ਉਹ ਇਹ ਸੀਗਾ ਕਿ ਅੱਗੇ 22 ਦੇ ਵਿੱਚ ਇਲੈਕਸ਼ਨ ਹੈ, ਫਰਵਰੀ ਦੇ ਵਿੱਚ,
ਕਿ ਸ਼ਾਇਦ ਕੁਛ ਨਾ ਕੁਛ ਸਾਡੇ ਪੱਲੇ ਪੈ ਜੇ। ਲੇਕਿਨ ਇਸ ਵੇਲੇ ਵੀ ਇਹ ਸਰਕਾਰ ਦੀ ਆਪਸੀ ਜਿਹੜੀ ਖਿੱਚੋਤਾਣ ਹੈ, ਜੋ ਕਾਟੋ ਕਲੇਸ਼ ਇਹਨਾਂ ਦੇ ਪ੍ਰਧਾਨਗੀ ਦਾ ਤੇ ਮੁੱਖ ਮੰਤਰੀ ਦਾ ਪਿਆ ਹੋਇਆ, ਮੈਨੂੰ ਲੱਗਦਾ ਕਿ ਸਟੇਟ ਨੂੰ ਲੈ ਡੁੱਬੇਗਾ। ਤੇ ਪਰ ਸਰ ਤੁਹਾਨੂੰ ਲੱਗਦਾ ਇਹਨਾਂ ਨੇ ਜਨਤਾ ਦੇ ਜਿਹੜੇ ਹਿੱਤ ਆ, ਜਨਤਾ ਦਾ ਉਹਨੂੰ ਭੁੱਖ ਨੂੰ ਦਾਅ ਤੇ ਲਾਤਾ, ਇਹਨਾਂ ਨੂੰ ਤੇ ਆਪਣੀ ਲੜਾਈ ਤੋਂ ਵੇਲ ਨਹੀਂ ਹੈਗਾ। 2 ਮਹੀਨੇ ਹੋ ਗਏ ਲੜੀ ਜਾਂਦੇ ਆ। ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਹੈ ਜੀ। 2 ਮਹੀਨੇ ਹੋ ਗਏ ਆ। ਇਹਨਾਂ ਦੀ ਪਾਰਟੀ ਦੀ ਅੰਦਰੂਨੀ ਜਿਹੜੀ ਫੁੱਟ ਹੈ ਉਹ ਸਟੇਟ ਨੂੰ ਬਿਲਕੁਲ ਬੈਕਗਰਾਊਂਡ ਤੇ ਲੈ ਆਈ ਹੈ ਜਾਂ ਬੈਕਫੁੱਟ ਤੇ ਲੈ ਗਈ ਹੈ। ਲੇਕਿਨ ਕਿਉਂਕਿ ਸਾਡਾ ਜਿਹੜਾ ਮੇਨ ਮੁੱਦਾ ਹੈਗਾ ਕਿ ਹਿੰਦੁਸਤਾਨ ਦੇ ਸਾਰੇ ਰਾਜਾਂ ਦੇ ਵਿੱਚ ਇਹ UGC ਜਿਹੜਾ ਪੇ ਕਮਿਸ਼ਨ ਆ ਲਾਗੂ ਹੋ ਚੁੱਕਾ ਹੈ ਔਰ ਇਹ ਪੰਜਾਬ ਦੇ ਵਿੱਚ ਲਾਗੂ ਹੋਣਾ ਚਾਹੀਦਾ। ਇਹਦੇ ਵਾਸਤੇ ਅਸੀਂ ਲਗਾਤਾਰ ਰੈਲੀਆਂ ਕਰ ਰਹੇ ਹਾਂ। ਪਹਿਲੀ ਰੈਲੀ ਹੈ ਜਿਹੜੀ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ 'ਚ ਕੀਤੀ ਗਈ ਹੈ, ਜਿਹਦੇ 'ਚ ਪੰਜਾਬ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਨੇ ਪਾਰਟਿਸਿਪੇਟ ਕੀਤਾ। ਅੱਛਾ ਭਾਈ ਸਾਹਿਬ, ਜਿਹੜੀ ਤੁਸੀਂ ਕੱਲ ਰੈਲੀ ਚੰਡੀਗੜ੍ਹ ਕੀਤੀ ਕਰ ਰਹੇ ਹੋ, ਉਹ ਕਿਆ ਇੱਕ ਸਰਕਾਰ ਨੂੰ ਸੰਦੇਸ਼ ਦੇ ਰਹੇ ਹੋ ਵੀ ਜੇ ਸਾਡੀਆਂ ਮੰਗਾਂ ਨਾ ਮੰਨੀਆਂਗੇ ਤੇ ਤੁਹਾਡੀ ਇੱਟ ਖੜਕਾ ਦਿਆਂਗੇ? ਤੇ ਦੇਖੋ ਨਾ, ਤੁਸੀਂ ਮਾਸ ਕੈਜੂਅਲ ਲੀਵ ਲਈ ਹੈ ਕੱਲ, ਕਰੀਬ ਜੇ ਕੈਜੂਅਲ ਲੀਵ ਲਈ ਹੈ ਤੇ ਸੰਸਥਾਨ ਤਾਂ ਸਾਰੇ ਬੰਦ ਹੀ ਹੋਣਗੇ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਅਸੀਂ ਇਹਨਾਂ ਨੂੰ ਮੌਕਾ ਦਿੱਤਾ ਸੀ ਕਿ ਅਸੀਂ ਪਹਿਲਾਂ ਯੂਨੀਵਰਸਿਟੀ ਵਾਈਜ਼ ਰੈਲੀ ਕਰਾਂਗੇ, ਉਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਏਰੀਆ ਦੀ ਰੈਲੀ ਕੀਤੀ ਹੈ GNDU ਦੀ, ਉਸ ਤੋਂ ਬਾਅਦ ਅਸੀਂ ਪੰਜਾਬੀ ਯੂਨੀਵਰਸਿਟੀ ਦੀ ਰੈਲੀ ਕੀਤੀ ਹੈ। ਲੇਕਿਨ ਇਹਨਾਂ ਦੀ ਕੰਨ ਤੇ ਜੂੰ ਨਹੀਂ ਸਰਕੀ। ਆਖਰ ਸਾਡੀ ਆਰਗੇਨਾਈਜੇਸ਼ਨ ਜਿਹਦੇ ਅੰਡਰ ਅਸੀਂ ਲੜ ਰਹੇ ਹਾਂ ਉਹ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰ ਐਸੋਸੀਏਸ਼ਨ ਹੈ, ਜਿਹਦੇ 'ਚ 3 ਮੇਜਰ ਆਰਗੇਨਾਈਜੇਸ਼ਨ ਸਾਡੀਆਂ ਆਉਂਦੀਆਂ, PCCTU, ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ, ਗਵਰਨਮੈਂਟ ਕਾਲਜ ਟੀਚਰ ਐਸੋਸੀਏਸ਼ਨ ਅਤੇ 4 ਯੂਨੀਵਰਸਿਟੀਆਂ ਦੀਆਂ ਕੈਂਪਸ ਦੀਆਂ ਐਸੋਸੀਏਸ਼ਨ। ਔਰ ਉਹਨਾਂ ਨੇ ਰਲ ਕੇ ਫੈਸਲਾ ਕੀਤਾ ਕਿ ਕੱਲ ਅਸੀਂ ਸਾਰੇ ਪੰਜਾਬ ਦੇ ਵਿੱਚ ਐਜੂਕੇਸ਼ਨ ਬੰਦ ਕਰਕੇ ਮਾਸ ਕੈਜੂਅਲ ਲੀਵ ਲੈ ਕੇ ਅਸੀਂ ਚੰਡੀਗੜ੍ਹ ਪਹੁੰਚਾਂਗੇ। ਔਰ ਇਹ ਸਰਕਾਰ ਨੂੰ ਸਿਰਫ ਚੇਤਾਵਨੀ ਨਹੀਂ ਹੈ, ਇਹ ਸਰਕਾਰ ਦੇ ਉੱਪਰ ਹੱਲਾ ਬੋਲ ਹੈ, ਕਿਉਂਕਿ ਸਾਡਾ ਹੁਣ ਡੂ ਐਂਡ ਡਾਈ ਦਾ ਮਸਲਾ ਹੋਇਆ ਪਿਆ। ਡੂ ਐਂਡ ਡਾਈ ਦੀ ਸਥਿਤੀ ਹੋਈ ਪਈ ਆ। ਔਰ ਅਸੀਂ ਆਪਣੇ ਟੀਚਰਾਂ ਨੂੰ ਵੀ ਕਹਿ ਦਿੱਤਾ ਅਸੀਂ ਚੰਡੀਗੜ੍ਹੋਂ ਵਾਪਸ ਨਹੀਂ ਆਉਣਾਗਾ। ਕੱਲ ਦੀ ਰੈਲੀ ਤੋਂ ਬਾਅਦ ਫਿਰ ਦੁਬਾਰਾ ਲੀਡਰਸ਼ਿਪ ਦੀ ਮੀਟਿੰਗ ਹੋਏਗੀ ਔਰ ਬਹੁਤ ਜਲਦੀ 1-2 ਦਿਨਾਂ ਦੇ ਵਿੱਚ ਜੇਕਰ ਇਹਨਾਂ ਨੇ ਸਾਡੀ ਗੱਲ ਨਾ ਸੁਣੀ ਤਾਂ ਚੇਨ ਭੁੱਖ ਹੜਤਾਲ ਹੈ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਸ਼ੁਰੂ ਕੀਤੀ ਜਾਏਗੀ। ਇਹ ਲੜਾਈ ਫੈਸਲਾਕੁੰਨ ਹੈ ਔਰ ਅਸੀਂ ਟੀਚਰਾਂ ਨੇ, ਪੰਜਾਬ ਦਿਆਂ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਇਹ ਸਕੇਲ ਲੈ ਕੇ ਹਟਣਾ ਹੈ ਔਰ ਇਹ ਸਰਕਾਰ ਆਪਣਾ ਹਿਸਾਬ ਲਾ ਲਏ ਕਿ ਜਾਂ ਤਾਂ ਸਾਨੂੰ ਸਕੇਲ ਦੇ ਦੇ, ਨਹੀਂ ਇਲੈਕਸ਼ਨ ਆਉਣ ਵਾਲੇ ਆ, ਜੋ ਹਾਲਤ ਪਿੱਛੇ ਗਵਰਨਮੈਂਟਾਂ ਦਾ ਜਾਂ ਦੂਜੀਆਂ ਪਾਰਟੀਆਂ ਦਾ ਹੋਇਆ ਇਹਨਾਂ ਦਾ ਵੀ ਹੋਣਾ ਨਿਸ਼ਚਿਤ ਹੈ। ਪਰ ਸਭ ਤੁਸੀਂ ਜਿਵੇਂ ਹੜਤਾਲ ਦਾ ਪਹਿਲੇ ਤੁਹਾਡਾ ਪ੍ਰੋਗਰਾਮ ਹੋਣਾ, ਤੇ ਕਿਆ ਤੁਹਾਨੂੰ ਕਿਸੇ ਸਰਕਾਰ ਵੱਲੋਂ ਕੋਈ ਟੇਬਲ ਟਾਕ ਵਾਸਤੇ ਨਹੀਂ ਬੁਲਾਇਆ ਗਿਆ ਵੀ ਤੁਸੀਂ ਹੜਤਾਲ ਨਾ ਕਰੋ, ਸਾਡੇ ਨਾਲ ਗੱਲਬਾਤ ਕਰੋ? ਜਾਂ ਜੇ ਨਹੀਂ ਬੁਲਾਇਆ ਗਿਆ ਤੇ ਕਿਆ ਤੁਹਾਨੂੰ ਲੱਗਦਾ, ਦੂਜਾ ਸਵਾਲ, ਵੀ ਸਰਕਾਰ ਦੀ ਐਜੂਕੇਸ਼ਨ ਤੇ ਹੈਲਥ ਪ੍ਰਾਇੋਰਟੀ ਨਹੀਂ ਹੈਗੀ? ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ ਜੀ। ਪਹਿਲੀ ਗੱਲ ਮੈਂ ਦੱਸ ਦਿਆਂ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਐਜੀਟੇਸ਼ਨ ਕਰ ਰਹੇ ਹਾਂ, ਲੇਕਿਨ ਸਰਕਾਰ ਦੁਆਰਾ ਕੋਈ ਵੀ ਇਨੀਸ਼ੀਏਟਿਵ ਆਪਣੇ ਵੱਲੋਂ ਨਹੀਂ ਲਿਆ ਜਾ ਰਿਹਾ। ਉਹਦਾ ਇੱਕ ਮੈਂ ਕਾਰਨ ਵੀ ਤੁਹਾਨੂੰ ਦੱਸਦਾ। ਜਿਹੜੀ ਪਹਿਲਾਂ ਗੱਲ ਕਹੀ ਹੈ ਕਿ ਇਹਨਾਂ ਦੀ ਆਪਸੀ ਪਾਰਟੀ ਦੀ ਤੇ ਸਰਕਾਰ ਦੀ ਜਿਹੜੀ ਕਾਟੋ ਕਲੇਸ਼ ਦੀ ਕਹਾਣੀ ਹੈ, ਕਿਉਂਕਿ ਸਾਡੇ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਮਿਨਿਸਟਰ ਹੈ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ, ਉਹ ਸਾਡੇ ਨਾਲ ਪਹਿਲਾਂ ਬਹੁਤ ਕੋਆਪਰੇਟਿਵ ਰਹੇ ਆ। ਬਾਕੀ ਸਾਰੀਆਂ ਕਾਫੀ ਡਿਮਾਂਡਸ ਉਹਨਾਂ ਨੇ ਸਾਡੀਆਂ ਸੋਲਵ ਕੀਤੀਆਂ, ਲੇਕਿਨ ਹੁਣ ਇਹਨਾਂ ਦੀ ਆਪਸੀ ਧੜੇਬੰਦੀ ਦੇ ਕਾਰਨ ਕਿਤੇ ਨਾ ਕਿਤੇ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਸ਼ਾਇਦ ਕੈਪਟਨ ਧੜੇ ਦੇ ਨਾ ਹੋਣ ਦੇ ਕਾਰਨ ਹੁਣ ਬਿਲਕੁਲ ਸਾਡੇ ਨਾਲੋਂ ਇਹ ਡੀਲਿੰਕ ਹੋਏ ਆ। ਅਸੀਂ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਹੋਰ ਮੰਤਰੀਆਂ ਦੇ ਰਾਹੀਂ, ਸੋਨੀ ਸਾਹਿਬ ਨੂੰ ਅਸੀਂ ਮਿਲਣਾ ਸੀ ਲੇਕਿਨ ਉਹਨਾਂ ਦੀ ਤਬੀਅਤ ਠੀਕ ਨਹੀਂ ਸੀਗੀ, ਉਹ ਬਾਹਰ ਨੇ ਇਸ ਵੇਲੇ ਸਿਟੀ ਤੋਂ। ਅਸੀਂ ਹੋਰ ਮੰਤਰੀਆਂ ਨਾਲ ਵੀ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਹਜੇ ਸਾਡੇ ਪੱਲੇ ਕੁਝ ਨਹੀਂ ਪਿਆ। ਅਲਟੀਮੇਟਲੀ ਇਹ ਸਾਨੂੰ ਫੈਸਲਾ ਕਰਨਾ ਪਿਆ ਕਿ ਚੰਡੀਗੜ੍ਹ ਦੇ ਵਿੱਚ ਪਹੁੰਚੋ, ਕੱਲ ਤੋਂ ਸੈਸ਼ਨ ਸ਼ੁਰੂ ਹੋਣਾ ਹੈ। ਜੇਕਰ ਸਾਡੀ ਸਰਕਾਰ ਨੇ ਗੱਲ ਨਾ ਸੁਣੀ ਤਾਂ ਅੱਗੇ ਭੁੱਖ ਹੜਤਾਲ ਹੋਏਗੀ। ਐਜੂਕੇਸ਼ਨ ਹੈ ਜਿਹੜੀ ਇਹ ਸਟੇਟ ਗਵਰਨਮੈਂਟ ਦੀ ਪ੍ਰਾਇੋਰਟੀ ਨਹੀਂ ਰਹੀ। ਹਾਲਾਤ ਇੱਥੋਂ ਤੱਕ ਬਣੇ ਹੋਏ ਆ ਕਿ ਜੇਕਰ ਮੈਂ ਤੁਹਾਨੂੰ ਦੱਸਾਂ ਕਿ 147 ਨੌਨ ਗਵਰਨਮੈਂਟ ਏਡਡ ਕਾਲਜਸ ਆ ਪੰਜਾਬ ਦੇ ਵਿੱਚ, ਜਿਨ੍ਹਾਂ ਨੂੰ ਐਨੂਅਲ ਜਿਹੜੀ ਗ੍ਰਾਂਟ ਆ 200 ਕਰੋੜ ਰੁਪਈਏ ਦੀ ਸਾਰੀ 200 ਕਰੋੜ ਰੁਪਈਆ ਸਰਕਾਰਾਂ ਵਾਸਤੇ ਕਿੱਡੇ ਕੁ ਵੱਡਾ ਅਮਾਊਂਟ ਹੈ। ਜੇ 200 ਕਰੋੜ ਰੁਪਈਆ ਵੀ ਰੈਗੂਲਰ ਨਹੀਂ ਦੇ ਸਕਦੇ ਤਾਂ ਇਹਨਾਂ ਦਾ ਤੁਸੀਂ ਹਿਸਾਬ ਲਾ ਲਓ ਵੀ ਇਹਨਾਂ ਦੀ ਐਜੂਕੇਸ਼ਨ ਤੇ ਪ੍ਰਾਇੋਰਟੀ ਕਿੰਨੀ ਕੁ ਹੈ। ਔਰ ਜਿੱਥੋਂ ਰਹੀ ਗਵਰਨਮੈਂਟ ਕਾਲਜਾਂ ਦੀ 47 ਗਵਰਨਮੈਂਟ ਕਾਲਜ ਹੈ ਔਰ 47 ਗਵਰਨਮੈਂਟ ਕਾਲਜਾਂ ਦੇ ਵਿੱਚ ਅਧਿਆਪਕ ਕਿੰਨਾ ਕੰਮ ਕਰ ਰਿਹਾ? ਸਿਰਫ 200 ਅਧਿਆਪਕ ਹੈ। ਬਹੁਤ ਸਾਰੇ ਇਹੋ ਜਿਹੇ ਕਾਲਜ ਹੈ ਜਿਹੜੇ ਅਧਿਆਪਕਾਂ ਤੋਂ ਸੱਖਣੇ ਤੁਰੇ ਫਿਰਦੇ ਆ, ਉੱਥੇ ਅਧਿਆਪਕ ਹੈ ਨਹੀਂ, ਸਟੂਡੈਂਟ ਹੈਗੇ ਆ। ਔਰ ਕਈ ਇਹੋ ਜਿਹੇ ਉਲਟਾ ਹੈਗਾ ਕਿ ਜਿੱਥੇ ਅਧਿਆਪਕ ਹੈਗੇ ਉੱਥੇ ਵਿਦਿਆਰਥੀ ਹੈ ਨਹੀਂ। ਕਾਰਨ ਕੀ ਹੈ ਕਿ ਇਹਨਾਂ ਦੀ ਪ੍ਰਾਇੋਰਟੀ ਨਹੀਂ ਹੈ ਹਾਇਰ ਐਜੂਕੇਸ਼ਨ, ਨਾ ਬੇਸਿਕ ਐਜੂਕੇਸ਼ਨ। ਔਰ ਇਹਨਾਂ ਨੇ ਕਾਲਜ ਕਿਵੇਂ ਖੋਲ੍ਹੇ ਹੋਏ ਆ? ਖੇਤਾਂ ਦੇ ਵਿੱਚ ਜਾ ਕੇ ਆ, ਤੁਹਾਡੇ ਸਾਹਮਣੇ ਅਜਨਾਲਾ ਕਾਲਜ ਹੈ, ਮੈਨੂੰ ਲੱਗਦਾ 4.5 ਕੇ 5 ਕਿਲੋਮੀਟਰ ਹੈ ਜਿਹੜਾ ਉਹ ਅਜਨਾਲੇ ਤੋਂ ਦੂਰ ਹੈ। ਉੱਥੇ ਕੋਈ ਬੱਚਾ ਜਾ ਹੀ ਨਹੀਂ ਸਕਦਾ। ਜਦੋਂ ਬੱਚਾ ਜਾਏਗਾ ਨਹੀਂ ਤਾਂ ਅਜਿਹੇ ਕਾਲਜ ਖੋਲ੍ਹਣ ਦਾ ਕੀ ਫਾਇਦਾ ਹੈਗਾ? ਇਹਦੇ ਨਾਲੋਂ ਬੈਟਰ ਹੈ ਕਿ ਜਿਹੜੇ ਕਾਲਜ ਸ਼ਹਿਰਾਂ ਦੇ ਵਿੱਚ ਚੱਲਦੇ ਪਏ ਆ ਉਹਨਾਂ ਨੂੰ ਸਹੂਲਤ ਦਿਓ।
ਉਹਨਾਂ ਨੂੰ ਗ੍ਰਾਂਟ ਦਿਓ, ਉਹਨਾਂ ਨੂੰ। ਇਹ ਕੱਲੀ ਜਿਹੜੀ ਗਵਰਨਮੈਂਟ ਆ ਸਾਡੀ ਸਟੇਟ ਗਵਰਨਮੈਂਟ ਇੰਪਲਾਈ ਦੀ ਸੈਲਰੀ ਦਾ 95% ਦਿੰਦੀ ਹੈ। ਕਿਉਂ ਨਹੀਂ ਉਹਨਾਂ ਨੂੰ ਇਨਫਰਾਸਟ੍ਰਕਚਰ ਦੀ ਗ੍ਰਾਂਟ ਦਿੰਦੀ ਗੀ? ਕਿਉਂ ਨਹੀਂ ਉਹਨਾਂ ਨੂੰ ਹੋਰ ਜਿਹੜੀਆਂ ਸਹੂਲਤਾਂ ਉਹਨਾਂ ਦੀ ਗ੍ਰਾਂਟ ਦਿੰਦੀ ਤਾਂ ਕਿ ਕਾਲਜ ਵਧੀਆ ਚੱਲ ਸਕਣ? 136 ਨਾਨ ਗਵਰਨਮੈਂਟ ਏਡਡ ਕਾਲਜ ਹੈ ਜਿਹੜੀ ਪੰਜਾਬ ਦੇ ਵਿੱਚ 80% ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਆ। 80 ਤੋਂ ਵੀ ਜ਼ਿਆਦਾ, ਮੈਨੂੰ ਲੱਗਦਾ ਕਿ 10-15% ਆ ਜਿਹੜੇ ਗਵਰਨਮੈਂਟ ਕਾਲਜ ਦੇ ਵਿੱਚ ਬੱਚੇ ਪੜ੍ਹਦੇ। ਸਭ ਤੁਹਾਡਾ ਇਸੇ ਤੇ ਜਿਵੇਂ ਤੁਸੀਂ ਕਿਹਾ ਵੀ ਸਰਕਾਰਾਂ ਦੀ ਪ੍ਰਾਇੋਰਟੀ ਨਹੀਂ ਰਹਿ ਗਈ ਐਜੂਕੇਸ਼ਨ। ਜੇ ਸਟੂਡੈਂਟ ਹੈਗੇ ਤੇ ਟੀਚਰ ਨਹੀਂ ਹੈਗੇ, ਟੀਚਰ ਹੈਗੇ ਤੇ ਇਨਫਰਾਸਟ੍ਰਕਚਰ ਨਹੀਂ ਹੈਗਾ, ਸਰਕਾਰ ਗ੍ਰਾਂਟ ਬੋਰਡ ਥੋੜੀ ਦੇ ਰਹੀ ਹੈ, ਤੇ ਆਉਣ ਵਾਲਾ ਪੰਜਾਬ ਦਾ ਭਵਿੱਖ ਕੀ ਹੋਊਗਾ? ਬਿਲਕੁਲ ਪੰਜਾਬ ਦਾ ਭਵਿੱਖ ਖਤਰੇ 'ਚ ਹੈ ਜੀ। ਖਤਰੇ 'ਚ ਕੀ ਆ? ਮਤਲਬ ਭਵਿੱਖ ਡੁੱਬਦਾ ਜਾ ਰਿਹਾ। ਤੁਸੀਂ ਤੁਹਾਡੇ ਸਾਹਮਣੇ ਇਸ ਵੇਲੇ ਜਿਹੜੀ ਬ੍ਰੇਨ ਮਾਈਗ੍ਰੇਸ਼ਨ ਹੋ ਰਹੀ ਹੈ, ਜਿਹਨੂੰ ਅਸੀਂ ਕਹਿੰਦੇ ਕਿ ਬ੍ਰੇਨ ਡਰੇਨੇਜ ਕਹਿੰਦੇ ਹੈਗੇ ਆ, ਕਿ ਦੇਸ਼ ਦੇ ਵਿੱਚੋਂ ਜੋ ਕਰੀਮ ਬੱਚਾ ਜਿਨ੍ਹਾਂ ਤੇ ਅਸੀਂ ਕਾਲਜ ਵਾਲੇ ਡਿਪੈਂਡ ਕਰਦੇ ਸੀ ਅੱਗੇ, ਨਾਨ ਮੈਡੀਕਲ ਜਾਂ ਕਮਰਸ ਕਰਕੇ ਆਉਂਦੇ ਸੀਗੇ, ਉਹ ਬੱਚਾ ਕਾਲਜਾਂ ਦੇ ਵਿੱਚ ਆ ਹੀ ਨਹੀਂ ਰਿਹਾ। ਉਹ ਬੱਚਾ ਸਾਰਾ ਕਿੱਧਰ ਜਾ ਰਿਹਾ? ਕੈਨੇਡਾ ਜਾ ਰਿਹਾ, ਜਾਂ ਅਮਰੀਕਾ ਜਾ ਰਿਹਾ, ਜਾਂ ਆਸਟ੍ਰੇਲੀਆ ਜਾ ਰਿਹਾ, ਜਾਂ ਨਿਊਜ਼ੀਲੈਂਡ ਜਾ ਰਿਹਾ। ਬ੍ਰੇਨ ਦੇ ਨਾਲ ਪੈਸਾ ਵੀ ਬਾਹਰ ਜਾ ਰਿਹਾ। ਬਿਲਕੁਲ ਬਿਲਕੁਲ, ਕੱਲਾ ਬ੍ਰੇਨੀ ਪੈਸਾ ਵੱਡੇ ਪੱਧਰ ਦੇ ਉੱਪਰ ਬਾਹਰ ਜਾ ਰਿਹਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਨੂੰ ਇੱਕ ਬਹੁਤ ਵੱਡਾ ਨੁਕਸਾਨ ਹੋਣਾ ਹੈ, ਕਿਉਂਕਿ ਇਹਨਾਂ ਬੱਚਿਆਂ ਨੇ ਵਾਪਸ ਨਹੀਂ ਆਉਣਾ। ਔਰ ਇਹਨਾਂ ਦੀ ਜੋ ਪ੍ਰਾਪਰਟੀ ਆ ਸਾਡੇ ਦੇਸ਼ ਦੇ ਵਿੱਚ ਲੱਗੀ, ਉਹ ਪ੍ਰਾਪਰਟੀ ਵੀ ਅਲਟੀਮੇਟਲੀ ਬਾਹਰ ਜਾਣੀ ਹੈ। ਤੁਸੀਂ ਕੁਝ ਹੋਰ ਕਹਿਣਾ ਚਾਹੋ? ਹਾਂ, ਮੈਂ ਇੱਕ ਲਾਸਟ ਜਿਹੜੀ ਗੱਲ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਸਟੇਟ ਗਵਰਨਮੈਂਟ ਸਾਡੇ ਨਾਲ ਇੱਕ ਹੋਰ ਵਧੀਕੀ ਕਰ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀਗਾ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਸਾਡੇ ਸਕੇਲ ਨਿਰਧਾਰਿਤ ਕਰਦੀ ਹੈ, ਉਹ ਸਕੇਲ ਸਾਡੇ ਉੱਪਰ ਲਾਗੂ ਹੁੰਦੇ ਆ। ਪੰਜਾਬ ਸਰਕਾਰ ਇੱਕ ਸ਼ੈਤਾਨੀ ਕਰਕੇ ਜਿਹੜੇ ਨਿਊਲੀ ਅਪੁਆਇੰਟਡ ਪ੍ਰੋਫੈਸਰ ਹੈ, ਜਿਹਨੂੰ ਅਸੀਂ ਅਸਿਸਟੈਂਟ ਪ੍ਰੋਫੈਸਰ ਕਹਿੰਦੇ ਆ, ਉਹਨਾਂ ਦੇ ਸਕੇਲਾਂ ਨੂੰ ਡੀਲਿੰਕ ਕਰਨ ਜਾ ਰਹੀ ਹੈ। ਕਿਹਦੇ ਨਾਲੋਂ? ਯੂਨੀਵਰਸਿਟੀ ਦੇ ਸਕੇਲਾਂ ਨਾਲੋਂ। ਇਹ ਬਹੁਤ ਵੱਡੀ ਸਰਕਾਰ ਦੀ ਚਾਲ ਹੈਗੀ ਆ, ਜਿਹੜੀ ਕਿ ਅਸੀਂ ਐਕਸੈਪਟ ਨਹੀਂ ਕਰਨੀ। ਔਰ ਸਾਡੀ ਲੀਡਰਸ਼ਿਪ ਨੇ ਵੀ ਕਿਹਾ ਅਸੀਂ ਉਹਨਾਂ ਚਿਰ 7th ਪੇ ਕਮਿਸ਼ਨ ਨਹੀਂ ਲੈਣਾ ਜਿੰਨਾ ਚਿਰ ਡੀਲਿੰਕਿੰਗ ਵਾਲਾ ਮੁੱਦਾ ਸਰਕਾਰ ਖਤਮ ਨਹੀਂ ਕਰਦੀ। ਔਰ ਇਸ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਕਿ ਕੱਲ੍ਹ ਸਾਰਾ ਪੰਜਾਬ ਦੇ ਵਿੱਚ ਸਿੱਖਿਆ ਬੰਦ ਹੋਏਗੀ, ਔਰ ਇਹਨਾਂ ਦਾ ਸਿਆਪਾ ਕਰਨ ਵਾਸਤੇ ਸਾਰੇ ਅਧਿਆਪਕ ਕਾਲਜਾਂ ਤੋਂ ਤੇ ਯੂਨੀਵਰਸਿਟੀਆਂ ਤੋਂ ਚੰਡੀਗੜ੍ਹ ਦੀ ਰੈਲੀ ਗਰਾਊਂਡ ਦੇ ਵਿੱਚ 25 ਸੈਕਟਰ ਦੇ ਵਿੱਚ ਪਹੁੰਚਣਗੇ। ਔਰ ਅਸੀਂ ਸਰਕਾਰ ਨੂੰ ਇਸ ਪਲੇਟਫਾਰਮ ਤੋਂ ਚੇਤਾਵਨੀ ਦਿੰਦੇ ਆ ਕਿ ਹਜੇ ਵੀ ਮੌਕਾ ਹੈ, ਤੁਸੀਂ ਸੰਭਲ ਜਾਓ, ਨਹੀਂ 22 ਦੇ ਇਲੈਕਸ਼ਨਾਂ ਦੇ ਵਿੱਚ ਸਾਨੂੰ ਪਤਾ ਕਿ ਤੁਹਾਡੇ ਨਾਲ ਅਸੀਂ ਕੀ करना है। ये देखिए, ये टीचर हैं, कल पूरे स्टेट में ये कॉलेज बंद करके और मास कैजुअल लीव लेकर रैली करने के लिए जा रहे हैं। इनका कहना है कि एजुकेशन और हेल्थ सरकार की प्रायोरिटी नहीं रही है। अब सरकारें माफिया एक दूसरे पर आरोप लगाती हैं, करोड़ों रुपए नेताओं की जेब में जा रहा है, लेकिन एजुकेशन के लिए सरकार के पास मात्र 200 करोड़ रुपए बजट है। अगर रेत का ही जो जितना पैसा नेता खा रहे हैं एजुकेशन पर लगा दिया जाए तो शायद एजुकेशन का भला हो जाए। हमारे साथ और भी यूनियन के लीडर हैं, उनके साथ बात करते हैं। सर, थोड़ा नाम की है जी? ਮੇਰਾ ਨਾਮ ਡਾਕਟਰ ਬੀਬੀ ਯਾਦਵ ਹੈ। ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਏਰੀਆ ਸੈਕਟਰੀ ਹਾਂ। ਔਰ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿੰਨੇ ਵੀ 5 ਜ਼ਿਲ੍ਹੇ ਨੇ, ਉਹ ਪੰਜੇ ਦੇ ਪੰਜੇ ਜ਼ਿਲ੍ਹੇ ਜਿਹੜੇ ਮੇਰੇ ਅੰਡਰ ਆਉਂਦੇ ਨੇ, ਉਹਨਾਂ ਜ਼ਿਲ੍ਹਿਆਂ 'ਚ ਮੈਂ ਕੰਮ ਕਰ ਰਿਹਾ ਜੀ। ਸਰ, ਤੁਸੀਂ ਕੱਲ ਜਿਵੇਂ ਇਹਨਾਂ ਨੇ ਦੱਸਿਆ ਵੀ ਸੀ ਸਟ੍ਰਾਈਕ ਕਰ ਰਹੇ ਹੋ, ਮੈਸ ਕਾ ਜੋ ਲੀਵ ਲਿਖੇ, ਤੇ ਜੋ ਹੋਰ ਤੁਹਾਡਾ ਕੀ ਕਹਿਣਾ? ਇਹਨਾਂ ਨੇ ਕਾਫੀ ਚੀਜ਼ਾਂ ਦੱਸੀਆਂ ਵੀ ਸਰਕਾਰ ਸੁਣ ਨਹੀਂ ਰਹੀ, ਜਿਵੇਂ ਇਨਫਰਾਸਟ੍ਰਕਚਰ ਨਹੀਂ ਹੈ, ਸਟੂਡੈਂਟ ਨਹੀਂ ਹੈ, ਕਿਤੇ ਟੀਚਰ ਨਹੀਂ ਹੈ, ਤੇ ਕਿਆ ਤੁਹਾਡਾ ਕਿਆ ਕਹਿਣਾ ਵੀ ਇੱਕ ਤਾਂ ਤੁਸੀਂ ਆਪਣੇ ਹਿੱਤ ਦੀ ਲੜਾਈ ਲੜ ਰਹੇ ਹੋ ਵੀ ਤੁਹਾਨੂੰ ਦੇਖੋ ਆਪਣੇ ਲੀਡਰਾਂ ਨੇ ਜਦੋਂ ਭੱਤੇ ਵਧਾਉਣੇ ਆ ਹੱਥ ਚੁੱਕਦੇ ਆ ਤੇ ਪਾਸ 6-6 ਪੈਨਸ਼ਨਾਂ ਲੈਂਦੇ ਆ ਪਾਸ, ਤੇ ਤੁਹਾਡਾ ਕੀ ਕਹਿਣਾ? ਸਰ, ਜਿਸ ਤਰ੍ਹਾਂ ਪ੍ਰੋਫੈਸਰ ਗੁਰਦਾਸ ਸਿੰਘ ਸੇਖੋਂ ਸਾਡੇ ਜ਼ਿਲ੍ਹਾ ਪ੍ਰਧਾਨ ਨੇ, ਇਹਨਾਂ ਨੇ ਬਹੁਤ ਹੀ ਡਿਟੇਲ ਦੇ ਵਿੱਚ ਸਰਕਾਰ ਦੀਆਂ ਨਾਕਾਮੀਆਂ ਨੂੰ, ਸਰਕਾਰ ਦੀਆਂ ਖਾਮੀਆਂ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ। ਮੇਰੇ ਕੋਲ ਇਸ ਤੋਂ ਇਲਾਵਾ ਹੋਰ ਵੀ ਕੁਝ ਕਹਿਣ ਨੂੰ ਹੈਗਾ। ਸਾਡੀ ਸਰਕਾਰ ਦੇ ਨਾਲ ਇਸ ਤੋਂ ਇਲਾਵਾ ਹੋਰ 2-3 ਗੱਲਾਂ ਤੇ ਜਿਹੜੀ ਲੜਾਈ ਚੱਲ ਰਹੀ ਹੈ। ਇੱਕ ਸਾਡੀਆਂ ਜਿਹੜੀਆਂ ਕੰਟਰੈਕਟ ਪੋਸਟਾਂ ਨੇ, ਜਿਹੜੀਆਂ 1925 ਪੋਸਟਾਂ ਜਿਹੜੀਆਂ ਸਰਕਾਰ ਨੇ ਸਾਨੂੰ ਦਿੱਤੀਆਂ ਨੇ, ਬਹੁਤ ਦੇਰ ਬਾਅਦ ਅਸੀਂ ਸਰਕਾਰ ਨਾਲ ਲੜਾਈ ਜਿਹੜੀ ਲੜੀ ਹੈ, ਔਰ ਸਰਕਾਰ ਨੇ ਉਹ 1925 ਪੋਸਟਾਂ ਜਿਹੜੀਆਂ ਏਡਡ ਕਾਲਜਾਂ ਨੂੰ ਦਿੱਤੀਆਂ ਨੇ, ਉਹਨਾਂ ਦੇ ਵਿੱਚ ਵੀ ਸਰਕਾਰ ਨੇ ਹੇਰਾਫੇਰੀ ਕੀਤੀ ਹੈ। ਉਹਦੇ ਵਿੱਚ ਸਾਨੂੰ ਜਿਸ ਤਰ੍ਹਾਂ ਕਾਲਜਾਂ ਦੇ ਵਿੱਚ 95 ਤੇ 5% ਗ੍ਰਾਂਟ ਜਾਂਦੀਆਂ, ਜਿਹੜੀਆਂ 1925 ਪੋਸਟਾਂ ਸਾਨੂੰ ਦਿੱਤੀਆਂ ਨੇ, ਉਹਦੇ ਵਿੱਚ 75 ਤੇ 25% ਜਿਹੜੀ ਗ੍ਰਾਂਟ ਦਿੱਤੀ ਜਾ ਰਹੀ ਹੈ। ਉਹਦੇ ਵਿੱਚ ਵੀ ਸਰਕਾਰ ਨੇ ਸਾਡੇ ਨਾਲ ਚਾਲ ਖੇਡੀ ਹੈ ਵੀ ਜਿੱਥੇ ਸਾਨੂੰ 95% ਇੱਕ ਟੀਚਰ ਦੀ ਗ੍ਰਾਂਟ ਆਉਂਦੀ ਸੀ, 5% ਜਿਹੜਾ ਕਾਲਜ ਨੂੰ ਆਪਣੇ ਕੋਲ ਮੈਨੇਜਮੈਂਟ ਨੂੰ ਪਾਉਣਾ ਪੈਂਦਾ ਸੀ। ਹੁਣ ਜਿਹੜਾ ਨਵਾਂ ਟੀਚਰ ਅਸੀਂ ਰੱਖਿਆ, ਨਵਾਂ ਟੀਚਰ ਜਿਹੜਾ ਪੱਕਾ ਹੋਊਗਾ, ਉਹਨੂੰ 3 ਸਾਲ ਦੇ ਕੰਟਰੈਕਟ ਪੀਰੀਅਡ ਤੇ ਪਹਿਲਾਂ ਰੱਖਿਆ ਜਾਏਗਾ। ਉਹਨੂੰ 75% ਜਿਹੜੀ ਸੈਲਰੀ ਕਾਲਜ ਪੇ ਕਰੇਗਾ,
और 25% 75% ਸੈਲਰੀ ਸਰਕਾਰ ਪੇ ਕਰੇਗੀ ਔਰ 25% ਸੈਲਰੀ ਜਿਹੜੀ ਕਾਲਜ ਪੇ ਕਰੇਗਾ। ਇਸ ਨਾਲ ਕਾਲਜ ਹੋਰ ਜ਼ਿਆਦਾ ਡੁੱਬਣਗੇ। ਸਰਕਾਰ ਨੂੰ ਇਹ ਜਿਹੜਾ ਬਹੁਤ ਵੱਡਾ ਜਿਹੜਾ ਇੱਕ ਇਹ ਸਾਡੇ ਨਾਲ ਧੋਖਾ ਕੀਤਾ ਵਾ ਵੀ ਜਿਹੜੇ ਉਹ 25% ਜਿਹੜਾ ਮੈਨੇਜਮੈਂਟ ਪਾਉਣ, ਜਦ ਕਿ ਸਰਕਾਰ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਵੀ ਆਪਣੇ ਵਾਸਤੇ ਉਹਨਾਂ ਦੇ ਕੋਲ ਕਰਨ ਵਾਸਤੇ ਬਹੁਤ ਕੁਝ ਹੈ, ਆਪਣੀਆਂ ਪੈਨਸ਼ਨਾਂ ਨੂੰ ਵਧਾਉਣ ਵਾਸਤੇ ਬਹੁਤ ਕੁਝ ਹੈ, ਆਪਣਾ ਇਨਫਰਾਸਟ੍ਰਕਚਰ ਵਧਾਉਣ ਵਾਸਤੇ ਬਹੁਤ ਕੁਝ ਹੈ, ਆਪਣੀਆਂ ਗੱਡੀਆਂ, ਆਪਣੀਆਂ ਕਾਰਾਂ, ਆਪਣੀਆਂ ਪੇ, ਆਪਣੇ ਪੱਤੇ, ਇਹਨਾਂ ਵਾਸਤੇ ਸਰਕਾਰ ਕੋਲ ਬਹੁਤ ਜ਼ਿਆਦਾ ਫੰਡ ਹੈ। ਜਦੋਂ ਸਾਡੀ ਗੱਲ ਆਉਂਦੀ ਹੈ, ਟੀਚਰਾਂ ਦੀ ਗੱਲ ਆਉਂਦੀ ਹੈ, ਉਦੋਂ ਕਹਿ ਦਿੰਦੇ ਆ ਵੀ ਖਜ਼ਾਨਾ ਖਾਲੀ, ਸਾਡੇ ਕੋਲ ਕੋਈ ਫੰਡ ਨਹੀਂ ਹੈਗਾ। ਔਰ ਇਹ ਨਿਕੰਮੀ ਔਰ ਗੂੰਗੀ ਬਹਿਰੀ ਸਰਕਾਰ ਹੈ। 2 ਸਾਲ ਤੋਂ ਜਿਹੜਾ ਸਾਨੂੰ ਲਗਾਤਾਰ ਅਸੀਂ ਸਰਕਾਰ ਦੇ ਨਾਲ ਲੜ ਰਹੇ ਹਾਂ ਔਰ ਅਜੇ ਤੱਕ ਜਿਹੜੀ ਸਾਡੀ ਫਾਈਲ ਹੈ ਉਹ ਜਿਹੜੀ ਹੈ ਉਹ ਫਾਈਨਾਂਸ ਡਿਪਾਰਟਮੈਂਟ ਦੇ ਵਿੱਚ ਪਈ ਆ, ਮੂਵ ਨਹੀਂ ਕੀਤੀ ਹੈ। ਮਨਪ੍ਰੀਤ ਬਾਦਲ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ, ਮੁੱਖ ਮੰਤਰੀ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ। ਮੁੱਖ ਮੰਤਰੀ ਨੂੰ ਆਪਣੀਆਂ ਅਯਾਸ਼ੋ ਆਰਾਮ ਤੋਂ ਬਿਨਾਂ ਹੋਰ ਕੋਈ ਗੱਲ ਨਜ਼ਰ ਨਹੀਂ ਆਉਂਦੀ। ਉਹਨੂੰ ਜਿਹੜਾ ਪੰਜਾਬ ਦਾ ਭਵਿੱਖ ਅੰਧਕਾਰ 'ਚ ਡੁੱਬਿਆ ਜਾ ਰਿਹਾ, ਇਹਦੇ ਬਾਰੇ ਮੁੱਖ ਮੰਤਰੀ ਕੋਈ ਖਿਆਲ ਨਹੀਂ ਕਰ ਰਿਹਾ। ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ, ਮਨਪ੍ਰੀਤ ਬਾਦਲ ਨੂੰ ਅਪੀਲ ਹੈ ਵੀ ਟੀਚਰਾਂ ਦੇ ਜਿਹੜੇ ਡਿਮਾਂਡਾਂ ਨੇ ਉਹ ਪੂਰੀਆਂ ਕੀਤੀਆਂ ਜਾਣ। ਦੂਸਰੀ ਮੈਂ ਗੱਲ ਕਰਾਂਗਾ ਸਰਵਿਸ ਸਿਕਿਉਰਿਟੀ ਐਕਟ ਦੀ, ਜਿਹੜਾ ਸਾਡੇ ਟੀਚਰਾਂ ਤੇ ਲਾਗੂ ਹੁੰਦਾ, ਜਿਹੜਾ ਸਾਡਾ ਅਨਕਵਰਡ ਸਟਾਫ ਕਾਲਜਾਂ ਤੇ ਕੰਮ ਕਰ ਰਿਹਾ, ਉਹਨਾਂ ਦੇ ਉੱਪਰ ਸਰਵਿਸ ਸੋਰਸ ਸਿਕਿਉਰਿਟੀ ਐਕਟ ਹੈ ਵੀ ਉਹਨਾਂ ਨੂੰ ਨੌਕਰੀ ਤੋਂ ਬਾਹਰ ਨਾ ਕੱਢਿਆ ਜਾਏ। ਸਰਕਾਰ ਵੀ ਉਹਦੇ ਵਿੱਚ ਚਾਲ ਖੇਲ ਰਹੀ ਹੈ ਔਰ ਉਹਦੇ ਵਿੱਚ ਵੀ ਸਾਨੂੰ ਖਰਾਬ ਕੀਤਾ ਜਾ ਰਿਹਾ। ਉਹਨਾਂ ਨੇ ਸਰਵਿਸ ਸੋਰਸ ਸਿਕਿਉਰਿਟੀ ਐਕਟ 1970 ਤੋਂ ਪਹਿਲਾਂ ਦਾ ਪਾਸ ਹੋਇਆ, ਉਹ ਐਕਟ ਨੂੰ ਕੈਬਨਿਟ 'ਚ ਲਾ ਕੇ ਉਹਨੂੰ ਤੋੜਤਾ। ਔਰ ਸਾਡੀ ਅਪੀਲ ਹੈ ਉਹ ਜਿਹੜਾ ਐਕਟ ਦੁਬਾਰਾ ਜਿਹੜਾ ਫੇਰ ਲਾਗੂ ਕੀਤਾ ਜਾਏ ਵੀ ਕਿਸੇ ਵੀ ਟੀਚਰ ਨੂੰ ਕੋਈ ਵੀ ਮੈਨੇਜਮੈਂਟ ਜਿਹੜੀ ਪਰੇਸ਼ਾਨ ਨਾ ਕਰ ਸਕੇ। ਸਰ ਜਿਵੇਂ ਤੁਸੀਂ ਕਿਹਾ ਵੀ ਐਜੂਕੇਸ਼ਨ ਦਾ ਇਹਨਾਂ ਨੇ ਜਿਹੜਾ 75-25 ਦਾ ਰੇਸ਼ੋ ਕਰਤਾ, ਪਹਿਲਾਂ ਹੀ ਘਾਟ ਆ ਬਹੁਤ ਜ਼ਿਆਦਾ, ਤੇ ਆਉਣ ਵਾਲਾ ਫਿਰ ਜਿਹੜਾ ਐਜੂਕੇਸ਼ਨ ਦਾ ਹਾਲ ਹੈ ਪੰਜਾਬ 'ਚ ਉਹ ਕੀ ਹੋਣ ਜਾ ਰਿਹਾ? ਦੇਖੋ 75-25 ਦੀ ਰੇਸ਼ੋ ਕਰਨ ਦੇ ਨਾਲ ਤੁਹਾਨੂੰ ਪਤਾ ਵੀ ਕਾਲਜਾਂ ਨੇ ਫਿਰ ਬੋਝ ਕਿਤੇ ਪਾਉਣਾ, ਬੋਝ ਤੇ ਪਿਆ ਗਿਆ ਵਿਦਿਆਰਥੀਆਂ ਤੇ। ਵਿਦਿਆਰਥੀਆਂ ਨੇ ਫੀਸਾਂ ਦੇਣੀਆਂ ਨੇ, ਫਿਰ ਫੀਸਾਂ ਵਧਾਉਣੀਆਂ ਪੈਣਗੀਆਂ। ਜਿੱਦਾਂ ਯੂਨੀਵਰਸਿਟੀ ਫੀਸ ਵਧਾ ਰਹੀ ਹੈ, ਕਾਲਜਾਂ 'ਚ ਫੀਸਾਂ ਵਧਣਗੀਆਂ, ਤੇ ਬੋਝ ਜਿਹੜਾ ਕਿੰਨਾ ਪਏਗਾ ਸਾਡੇ ਵਿਦਿਆਰਥੀਆਂ ਤੇ, ਆਮ ਪਬਲਿਕ ਤੇ ਬੋਝ, ਆਮ ਪਬਲਿਕ ਤੇ ਬੋਝ ਪਏਗਾ। ਸਾਰਾ ਬੋਝ ਆਮ ਪਬਲਿਕ ਪਏਗਾ। ਸਰਕਾਰ ਜਿਹੜੀ ਨਾ ਪੱਲਾ ਝਾੜਨੀ ਚਾਹੁੰਦੀ ਆ, ਆਪ ਕੋਈ ਨਹੀਂ ਦੇਣਾ ਚਾਹੁੰਦੀ ਆ। ਵਿਦਿਆਰਥੀਆਂ 'ਚ ਬੋਝ ਪਾਓ, ਪਰ ਅਸੀਂ ਵਿਦਿਆਰਥੀਆਂ ਦੇ ਬੋਝ ਨਹੀਂ ਪਾਉਣਾ। ਅਸੀਂ ਲੜਾਈ ਲੜ ਰਹੇ ਸਰਕਾਰ ਦੇ ਨਾਲ ਵੀ ਸਾਨੂੰ 95% ਗ੍ਰਾਂਟ ਦਿੱਤੀ ਜਾਏ ਔਰ 5% ਜਿਹੜੀ ਗ੍ਰਾਂਟ ਜਿਹੜੀ ਕਾਲਜ ਨੂੰ ਪਾਣੀ ਪਏ ਔਰ ਵਿਦਿਆਰਥੀਆਂ ਤੇ ਜ਼ਿਆਦਾ ਬੋਝ ਨਾ ਪਏ ਔਰ ਵਿਦਿਆਰਥੀ ਜਿਹੜੀ ਚੰਗੀ ਸਿੱਖਿਆ ਲੈ ਸਕਣ। ਹੋਰ ਤੁਸੀਂ ਕੁਝ ਕਹਿਣਾ ਚਾਹੋ? ਸਰ ਹੋਰ ਮੇਰੀ ਇਹੋ ਹੀ ਇੱਕ ਅਪੀਲ ਹੈ ਇਸ ਗੂੰਗੀ ਬਹਿਰੀ ਸਰਕਾਰ ਨੂੰ ਵੀ ਕੱਲ ਮਾਸ ਕੈਜੂਅਲ ਲੀਗ ਹੈ, ਜੇ ਪੰਜਾਬ ਸਰਕਾਰ ਨੇ ਸਾਡਾ ਮਸਲਾ ਹੱਲ ਨਹੀਂ ਕੀਤਾ, ਇਸ ਤੋਂ ਬਾਅਦ ਅਸੀਂ ਭੁੱਖ ਹੜਤਾਲ ਕਰਾਂਗੇ। ਭੁੱਖ ਹੜਤਾਲ ਤੋਂ ਬਾਅਦ ਅਸੀਂ ਜੇਲ੍ਹ ਭਰ ਅੰਦੋਲਨ ਕਰਾਂਗੇ। ਜੇਲ੍ਹ ਭਰ ਅੰਦੋਲਨ ਤੋਂ ਬਾਅਦ ਜੇ ਸਾਨੂੰ ਪਾਣੀ ਦੀਆਂ ਬੁਛਾੜਾਂ ਜਾਂ ਡਾਂਗਾਂ ਵੀ ਖਾਣੀਆਂ ਪੈਣਗੀਆਂ, ਅਸੀਂ ਇਹ ਜਿਹੜਾ 7ਵਾਂ ਪੇ ਕਮਿਸ਼ਨ ਲੈ ਕੇ ਰਵਾਂਗੇ। देखिए ये टीचर हैं जो अपनी मांगों को लेकर हड़ताल पर, कल हड़ताल पहले भी हड़तालें की हैं, कल मास कैजुअल लीव लेकर पूरे चंडीगढ़ में रैली करने के लिए जा रहे हैं। इन्होंने स्पष्ट कह दिया है यदि सरकार ने हमारी नहीं मानी और तो हम रैली के बाद भूख हड़ताल पर बैठेंगे और जेल भरो आंदोलन भी शुरू करेंगे। हमारी सरकार से दरख्वास्त है कि आखिरकार ये जो टीचर वर्ग है, देश के युवाओं का भविष्य इनके हाथ में है, उन्हें पढ़ाते हैं, इनकी मांगों पर गौर किया जाए। और लेकिन इनकी मांग कोई, हमें नहीं लग रहा कि वो कोई इनकी मांग कोई नाजायज़ है, ये जायज़ मांगों के लिए ही लड़ रहे हैं। इसलिए इनकी मांगों को ज़रूर सुना जाना चाहिए। अमृतसर से D4 न्यूज़ के लिए दीपक भंडारी की खास रिपोर्ट।